ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਹੌਟ 에ਅਰ ਬੈਲੂਨ ਨਾਲ ਟਕਰਾਉਣ ਤੋਂ ਬਾਅਦ ਬਾਲ-ਬਾਲ ਬਚਾ ਜਹਾਜ਼, 300 ਯਾਤਰੀ ਸਨ ਸਵਾਰ। ਸਿੰਗਾਪੁਰ ਤੋਂ ਭਾਰਤ ਲਈ ਅਕਤੂਬਰ ਤੱਕ ਆਮ ਵਾਂਗ ਹੋ ਜਾਣਗੀਆਂ ਉਡਾਣਾਂ। ਜਹਾਜ਼ਾਂ ਵਿੱਚ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸਪਾਈਸ ਜੈਟ ਨੂੰ ਨੋਟਿਸ। ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਆਗਿਆ, ਪਰ ਭਾਰਤ ਲਈ ਨਹੀਂ ਖੋਲੇ ਗਏ ਦਰਵਾਜ਼ੇ। ਸ਼ਿਕਾਗੋ ਵਿੱਚ ਗੋਲੀਬਾਰੀ ਕਰਨ ਵਾਲੇ ਦੋਸ਼ੀ ਦੀ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਕੱਟੇਗੀ ਅਟਾਰਨੀ। ਸੈਨ ਫਰਾਂਸਿਸਕੋ ਪ੍ਰਸ਼ਾਸਨ ਵੱਲੋਂ ਆਪਣੀ ਡਰਾਈਵ ਵੇ ਵਿੱਚ ਪਾਰਕਿੰਗ ਕਰਨ ਵਾਲੇ ਜੋੜੇ ਨੂੰ 36 ਸਾਲਾਂ ਬਾਅਦ ਹੋਇਆ ਜੁਰਮਾਨਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਦੁਨੀਆ ਭਰ ਵਿੱਚ ਹਵਾਈ ਜਹਾਜ਼ ਨੂੰ ਯਾਤਰਾ ਦਾ ਸਭ ਤੋਂ ਤੇਜ਼ ਅਤੇ ਸੁਰੱਖਿਅਤ ਢੰਗ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿਨ੍ਹਾਂ ਦਾ ਕੋਈ ਵਿਕਲਪ ਨਹੀਂ ਹੁੰਦਾ ਜਾਂ ਨਾ ਹੀ ਕੋਈ ਕਲਪਨਾ ਕਰਦਾ ਹੈ। ਕਈ ਵਾਰ ਤਕਨੀਕੀ ਨੁਕਸ, ਕੁਦਰਤੀ ਆਫਤ ਜਾਂ ਮਨੁੱਖੀ ਗਲਤੀ ਨੂੰ ਇਹਨਾਂ ਹਾਦਸਿਆਂ ਦਾ ਕਾਰਨ ਦੱਸਿਆ ਜਾਂਦਾ ਹੈ। ਹਾਲ ਹੀ ਵਿੱਚ ਬ੍ਰਾਜ਼ੀਲ ਵਿੱਚ ਇੱਕ ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾਂ ਆਪਣੇ ਰਸਤੇ ਵਿੱਚ ਇੱਕ ਹੌਟ 에ਅਰ ਬੈਲੂਨ ਨਾਲ ਟਕਰਾਉਣ ਤੋਂ ਬਚ ਗਿਆ। ਘਟਨਾ ਦੇ ਸਮੇਂ ਜਹਾਜ਼ ਵਿੱਚ 300 ਯਾਤਰੀ ਸਵਾਰ ਸਨ। ਕਈ ਯਾਤਰੀਆਂ ਨੇ ਜਹਾਜ਼ ਦੇ ਵਿੰਗ ਨੇੜੇ ਤੋਂ ਲੰਘਦੇ ਹੌਟ 에ਅਰ ਬੈਲੂਨ ਦੀਆਂ ਤਸਵੀਰਾਂ ਵੀ ਲਈਆਂ। ਦੱਸਿਆ ਜਾ ਰਿਹਾ ਕਿ ਇਹ ਘਟਨਾ ਬ੍ਰਾਜ਼ੀਲ ਦੇ ਸਾਓ ਪੌਲ ਸਥਿਤ ਗੁਆਡਲੋਹਸ 에ਅਰਪੋਰਟ ਦੀ ਹੈ। ਜਿਵੇਂ ਜਹਾਜ਼ ਲੈਂਡਿੰਗ ਲਈ ਰਨਵੇ ਵੱਲ ਵਧਿਆ ਤਾਂ ਅਚਾਨਕ ਇੱਕ ਹੌਟ 에ਅਰ ਬੈਲੂਨ ਉਸ ਦੇ ਰਾਹ ਵਿੱਚ ਆ ਗਿਆ। ਹਵਾ ਦੇ ਤੇਜ਼ ਝੱਖੜ ਕਾਰਨ ਇਹ ਗੁਬਾਰਾ ਆਪਣੇ ਨਿਰਧਾਰਤ ਰਸਤੇ ਤੋਂ ਭਟਕ ਕੇ ਜਹਾਜ਼ ਦੇ ਬਿਲਕੁਲ ਸਾਹਮਣੇ ਆ ਗਿਆ। ਜਿਵੇਂ ਪਾਇਲਟ ਨੇ ਗੁਬਾਰੇ ਨੂੰ ਦੇਖਿਆ, ਉਸਨੇ ਆਪਣਾ ਰਸਤਾ ਬਦਲ ਲਿਆ। ਇਸ ਦੌਰਾਨ ਜਹਾਜ਼ ਦੇ ਪੱਖੇ ਅਤੇ ਗੁਬਾਰੇ ਵਿਚਕਾਰ ਬਹੁਤ ਘੱਟ ਦੂਰੀ ਸੀ। ਜੇਕਰ ਜਹਾਜ਼ ਦਾ ਪੱਖਾ ਗੁਬਾਰੇ ਨਾਲ ਟਕਰਾ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਸਥਾਨਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਕਿਹਾ ਕਿ ਉਸਨੇ ਲੈਂਡਿੰਗ ਦੀ ਕੋਸ਼ਿਸ਼ ਤੋਂ ਬਾਅਦ ਜਹਾਜ਼ ਨੂੰ ਅਚਾਨਕ ਤੇਜ਼ ਮੋੜ ਲੈਂਦੇ ਮਹਿਸੂਸ ਕੀਤਾ। ਇਸ ਝਟਕੇ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀ ਡਰ ਗਏ। ਫਿਰ ਉਸਨੇ ਪੱਖੇ ਦੇ ਕੋਲ ਇੱਕ ਹੌਟ ਬੈਲੂਨ ਦੇਖਿਆ। ਫਿਰ ਉਹਨਾਂ ਨੂੰ ਪਤਾ ਲੱਗਾ ਕਿ ਜਹਾਜ਼ ਦੀ ਦਿਸ਼ਾ ਬਦਲਣ ਦੇ ਪਿੱਛੇ ਗੁਬਾਰਾ ਸੀ। ਬ੍ਰਾਜ਼ੀਲ ਐਵੀਏਸ਼ਨ ਅਥਾਰਟੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹੌਟ 에ਅਰ ਬੈਲੂਨ ਬਿਨਾਂ ਪਾਇਲਟ ਦੇ ਉੱਡ ਰਿਹਾ ਸੀ। ਇਹ ਮੰਨਿਆ ਜਾਂਦਾ ਹੈ ਕਿ ਹੌਟ 에ਅਰ ਬੈਲੂਨ ਦੀ ਵਰਤੋਂ ਸਥਾਨਕ ਤਿਉਹਾਰ ਦੇ ਹਿੱਸੇ ਵਜੋਂ ਕੀਤੀ ਗਈ ਸੀ। 에ਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ 3 ਜੁਲਾਈ ਨੂੰ ਵਾਪਰੀ ਜਦੋਂ ਜਹਾਜ਼ ਸਾਓ ਪੌਲ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਮਾਨਵ ਰਹਿਤ ਗੁਬਾਰਾ ਜਹਾਜ਼ ਦੇ ਰਸਤੇ 'ਚ ਆ ਗਿਆ। ਹਾਲਾਂਕਿ ਜਹਾਜ਼ ਸਧਾਰਨ ਤੌਰ ਤੇ ਉਤਰਿਆ ਤੇ ਸੁਰੱਖਿਆ ਹਾਸ਼ੀਏ ਨੂੰ ਹਰ ਸਮੇਂ ਬਰਕਰਾਰ ਰੱਖਿਆ ਗਿਆ। ਸਿੰਗਾਪੁਰ ਤੋਂ ਭਾਰਤ ਲਈ ਉਡਾਣਾਂ 30 ਅਕਤੂਬਰ ਤੱਕ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਵਾਂਗ ਨਿਯਮਿਤ ਹੋ ਜਾਣਗੀਆਂ। ਸਿੰਗਾਪੁਰ 에ਅਰਲਾਈਨਸ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਉਡਾਣਾਂ ਦੀ ਆਵਾਜਾਈ ਕੀਤੀ ਜਾਏਗੀ। ਹਵਾਈ ਯਾਤਰਾ ਦੀ ਮੰਗ ਵਧਣ ਦੇ ਫੈਸਲਾ ਕੀਤਾ ਗਿਆ। ਸਿੰਗਾਪੁਰ 에ਅਰਲਾਈਨਸ ਨੇ ਕਿਹਾ ਕਿ ਚੇਨਈ ਲਈ ਹਫ਼ਤੇ ਵਿੱਚ 17 ਉਡਾਣਾਂ ਦੀ ਆਵਾਜਾਈ ਹੌਲੀ-ਹੌਲੀ ਸ਼ੁਰੂ ਕੀਤੀ ਜਾਏਗੀ। ਹਾਲੇ ਇਸ ਸ਼ਹਿਰ ਲਈ 10 ਉਡਾਣਾਂ ਹਰ ਹਫ਼ਤੇ ਨੇ। ਇਸੇ ਤਰ੍ਹਾਂ ਕੋਚੀ ਲਈ ਹਾਲੇ ਹਰ ਹਫ਼ਤੇ 7 ਉਡਾਣਾਂ ਨੇ, ਜਿਨ੍ਹਾਂ ਨੂੰ ਵਧਾ ਕੇ 14 ਕੀਤਾ ਜਾਏਗਾ, ਜਦਕਿ ਬੈਂਗਲੁਰੂ ਲਈ ਹਫ਼ਤੇ 'ਚ ਉਡਾਣਾਂ ਦੀ ਗਿਣਤੀ ਵਧਾ ਕੇ 16 ਕੀਤੀ ਜਾਏਗੀ। ਫਿਲਹਾਲ ਇਸ ਸ਼ਹਿਰ ਲਈ ਹਫ਼ਤੇ ਵਿੱਚ 7 ਉਡਾਣਾਂ ਚੱਲਦੀਆਂ ਨੇ। ਸਿੰਗਾਪੁਰ 에ਅਰਲਾਈਨਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਲਈ 30 ਅਕਤੂਬਰ ਤੱਕ 100% ਦੀ ਸਮਰੱਥਾ ਦੇ ਨਾਲ ਜਹਾਜ਼ਾਂ ਦੀ ਆਵਾਜਾਈ ਕੀਤੀ ਜਾਏਗੀ। ਮਹਾਮਾਰੀ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਲਈ ਹਫ਼ਤੇ ਵਿੱਚ 96 ਉਡਾਣਾਂ ਚਲਾਈਆਂ ਜਾਂਦੀਆਂ ਸਨ। ਸਪਾਈਸ ਜੈਟ ਦੇ ਜਹਾਜ਼ਾਂ ਵਿੱਚ ਪਿਛਲੇ 18 ਦਿਨਾਂ ਵਿੱਚ ਤਕਨੀਕੀ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ 에ਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। DGCA ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ 에ਅਰਕ੍ਰਾਫਟ ਨੇਮ 1973 ਦੀ ਧਾਰਾ 134 ਅਤੇ ਅਨੁਸੂਚੀ 11 ਤਹਿਤ ਸਪਾਈਸ ਜੈਟ ਸੁਰੱਖਿਅਤ, ਕੁਸ਼ਲ ਅਤੇ ਭਰੋਸੇਯੋਗ ਹਵਾਈ ਸੇਵਾਵਾਂ ਦੇਣ 'ਚ ਨਾਕਾਮ ਰਹੀ ਹੈ। DGCA ਨੇ 에ਅਰਲਾਈਨ ਨੂੰ 3 ਹਫ਼ਤਿਆਂ ਵਿੱਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ। ਨੋਟਿਸ 'ਚ ਕਿਹਾ ਗਿਆ ਹੈ ਕਿ ਸਤੰਬਰ 2021 'ਚ ਵਿੱਤੀ ਮੁਲਾਂਕਣ ਤੋਂ ਖੁਲਾਸਾ ਹੋਇਆ ਹੈ ਕਿ 에ਅਰਲਾਈਨ ਕੈਸ਼ ਐਂਡ ਕੈਰੀ ਦੇ ਮਾਡਲ ਤੇ ਚੱਲ ਰਹੀ ਹੈ ਅਤੇ ਸਪਲਾਇਰਜ਼ ਨੂੰ ਨਿਯਮਿਤ ਆਧਾਰ ਤੇ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕੱਲ ਪੁਰਜ਼ਿਆਂ ਦੀ ਕਮੀ ਆਈ। DGCA ਨੇ ਨੋਟਿਸ ਤੇ ਪ੍ਰਤੀਕਰਮ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧਿਆ ਨੇ ਕਿਹਾ ਕਿ ਮੁਸਾਫਰਾਂ ਦੀ ਸੁਰੱਖਿਆ ਸਭ ਤੋਂ ਉੱਤੇ ਹੈ। ਉਹਨਾਂ ਨੇ ਟਵੀਟ ਕਰਕੇ ਛੋਟੀ ਤੋਂ ਛੋਟੀ ਗਲਤੀ ਦੀ ਵੀ ਜਾਂਚ ਕੀਤੀ ਜਾਏਗੀ ਕਿਹਾ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸਪਾਈਸ ਜੈਟ ਦਾ ਚੀਨ ਰਿਹਾ ਜਹਾਜ਼ ਕੋਲਕਾਤਾ ਪਰਤਿਆ ਸੀ ਕਿਉਂਕਿ ਪਾਇਲਟ ਨੇ ਦੇਖਿਆ ਕਿ ਉਸਦਾ ਮੌਸਮੀ ਰਡਾਰ ਕੰਮ ਨਹੀਂ ਕਰ ਰਿਹਾ।
SpiceJet ਦੇ ਤਰਜਮਾਨ ਨੇ ਕਿਹਾ ਕਿ 5 ਜੁਲਾਈ ਨੂੰ ਬੋਇੰਗ 737 ਮਾਲਵਾਹਕ ਜਹਾਜ਼ ਕੋਲਕਾਤਾ ਤੋਂ ਚੀਨ ਦੇ ਚੌਂਗਸ਼ਿੰਗ ਜਾ ਰਿਹਾ ਸੀ। ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ ਇਸ ਦੇ ਰਡਾਰ ਵਿੱਚ ਮੌਸਮ ਦਾ ਪਤਾ ਨਹੀਂ ਲੱਗ ਰਿਹਾ। ਪਾਇਲਟ ਨੇ ਜਹਾਜ਼ ਨੂੰ ਕੋਲਕਾਤਾ ਵਾਪਸ ਲਿਜਾਣ ਦਾ ਫੈਸਲਾ ਲਿਆ ਅਤੇ ਇਹ ਸੁਰੱਖਿਅਤ ਉਤਰ ਗਿਆ। 에ਅਰਲਾਈਨਸ ਦੇ ਦਿੱਲੀ ਦੁਬਈ ਉਡਾਨ ਇੰਧਨ ਇੰਡੀਕੇਟਰ 'ਚ ਨੁਕਸ ਕਾਰਨ ਕਰਾਚੀ ਵੱਲ ਮੋੜ ਦਿੱਤੀ ਗਈ ਸੀ। चीन ने 2 साल की पाबंदी के बाद हुण अंतरराष्ट्रीय उड़ाणों की आग्ञा देनी शुरू कर दी है। कोविड-19 महामारी कारण चीन ने 2 साल पहला अंतरराष्ट्रीय उड़ाणों ते पाबंदी लगाई सी। हालांकि चीन ने पिछले महीने भारतीय पेशेवरां ते उन्हां दे परिवारां लई वीज़ा पाबंदियां हटा दित्तियां सी, पर उसने भारत लई हवाई सेवावां मुड़ शुरू करन दा कोई संकेत नहीं दिता। सरकारी मीडिया खबरां विच कहा गया है कि चीन ने दूजे देशों तो आउण वाले लोकां लई मनोनीत होटलों विच एकांतवास की म्याद नूं घटा के 7 दिन कर दिता है। इस दे नाल ही इस प्रक्रिया नूं होर अनुकूल बनाउण दी कोशिश कर रहा। चीन के सरकारी अखबार ग्लोबल टाइम्स की रिपोर्ट मुताबक इस फैसले नाल चीन नूं जोड़न वालियां उड़ाणां की गिणती विच काफ़ी वाधा होया। खास तौर पर अमेरिका नूं जोड़न वालियां उड़ाणां की गिणती विच काफ़ी वाधा होया। इस तो इलावा चीन तो दूजे देशों विच जाण वाले लोकां की गिणती विच वाधा होया। रिपोर्ट मुताबक इस हफ्ते के शुरू में 2025 यात्री उड़ान मुड़ शुरू होण जा रही ने। रिपोर्ट विच कहा गया है कि नवंबर 2020 तो चीन और भारत विचकार कोई नियमित उड़ान नहीं है ते दोवां देशों विचाले अजे तक कोई उड़ान सूचित नहीं हुई। चीन ने पिछले महीने वख-वख चीनी शहरों में काम करन वाले भारतीयों जो 2 साल तो भारत विच फसे हुए ने दे लई 2 साल की वीज़ा पाबंदी हटा दी है। पर इन्हां पेशेवरां लई चीन जाना बहुत मुश्किल है क्योंकि फिलहाल दोवें देशों विचकार कोई भी उड़ान नहीं चल रही। शिकागो के नीम शहरी खेतर इलिनॉयस के हाईलैंड पार्क विच चल रही आज़ादी की परेड उपर गोलीबारी करके 7 लोगों की हत्या करन ते 40 तो वध लोगों को जख्मी करन वाले रॉबर्ट दी क्रीमो विरुद्ध पहला दर्जा कतल का मुकदमा दर्ज किया गया। लेक काउंटी के अटॉर्नी एरिक रीनहार्ट ने कहा कि जेकर अदालत क्रीमो नूं दोषी मान लैंदी है तो उम्र भर लई बिना जमानत जेल विच रहेगा। उन्होंने कहा कि जे मुढ़ले तौर पर क्रीमो विरुद्ध कतल का दोष आयद किया गया है तो उस विरुद्ध दर्जन तो बाद होर देश आयद किए जाणगे। क्रीमो हाईलैंड पार्क नाल लगदी इमारत की छत तो असॉल्ट बंदूक नाल अंधाधुंध गोलीबारी करके मौके तो फरार हो गया सी, जिसनूं बाद विच गिरफ्तार कर लिया गया सी। सान फ्रांसिस्को प्रशासन का एक अजीब फैसला सामने आया जिस विच अपने ड्राइव वे विच पार्किंग करन वाले जोड़े नूं 36 साल बाद जुर्माना किया गया है। यह अजीबो-गरीब घटना है। जूडी अते एड क्रेन सैन फ्रांसिस्को विच बीते 36 सालों तो रह रहे हैं ते उदों तो हर दिन अते रात अपने घर के सामने एक कार ड्राइववे की वरतों करते हैं, जिन्होंने हाल ही में इसे ड्राइववे की वरतों करन ते सान फ्रांसिस्को योजना विभाग तो $1542 जुर्माने का हुक्म मिला। क्रेन्स नूं दस्सिया गया है कि उन्होंने कार ड्राइववे विच हर दिन लई वाधू $250 जुर्माना लगाया जाएगा। ਉਹ ਦਹਾਕਿਆਂ ਪੁਰਾਣੇ ਸਿਟੀ ਕੋਡ ਤੋਂ ਅਣਜਾਣ ਸਨ ਜੋ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਸਾਹਮਣੇ ਕਾਰਾਂ ਪਾਰਕ ਕਰਨ ਤੋਂ ਰੋਕਦਾ ਹੈ ਜਦੋਂ ਤੱਕ ਕਿ ਕਾਰ ਗੈਰੇਜ ਦੇ ਸਾਹਮਣੇ ਹੈ ਜਾਂ ਕਿਸੇ ਕਿਸਮ ਦੇ ਕਵਰ ਦੇ ਹੇਠਾਂ ਨਾ ਹੋਵੇ। ਜੂਡੀ ਕਰੇ ਨੇ ਕਿਹਾ, ਮੈਂ ਉਹਨਾਂ ਨੂੰ ਇਹ ਕਹਿੰਦੇ ਹੋਏ ਵਾਪਸ ਲਿਖਿਆ ਹੈ ਕਿ ਇਹ ਇੱਕ ਗਲਤ ਫੈਸਲਾ ਹੈ। ਉਹ ਆਪਣੇ ਘਰ ਦੇ ਸਾਹਮਣੇ ਕੰਕਰੀਟ ਪੈਡ ਤੇ ਗੱਡੀ ਖੜ ਰਹੇ ਨੇ। ਉਹਨਾਂ ਦਾ ਘਰ 1910 ਦਾ ਹੈ, ਭਾਵ ਮਾਲਕ 100 ਸਾਲ ਤੋਂ ਵੱਧ ਸਮੇਂ ਤੋਂ ਉਸੇ ਡਰਾਈਵੇ ਵਿੱਚ ਵਗੀਆਂ ਅਤੇ ਕਾਰਾਂ पार्क कर रहे हैं। कमाल की गल यह है कि एड क्रेन नूं 1938 की एक हवाई तस्वीर के रूप में कुछ सबूत मिले ने जो उन्होंने घर नूं दर्शाउंदा है कि बगियां जां कारां इत्थे खड़ियां रहिंदियां ने। उन्होंने कहा कि शहर ने जो फैसला किया है वो चंगा नहीं है। मॉनसून आ गया है तो हुण तुसीं आसमानी बिजली की आवाज़ सुनोगे। कई थावां ते बिजली डिगण दीयां खबरां भी आउण लग पईयां ने। हर साल आसमानी बिजली कारण किसी ना किसी का जान नुकसान जरूर हुंदा है। जेकर किसी उत्ते आसमानी बिजली डिगे तो उसका बचना बहुत मुश्किल हो जाता है। आसमानी बिजली डिगण दीयां वीडियोज़ भी सोशल मीडिया ते तेज़ी नाल वायरल होण लग जांदियां ने। हाल ही विच सोशल मीडिया ते एक होर वीडियो सामने आई है जिस विच आसमानी बिजली नूं डिगदे देखा गया। ये वीडियो गुस्बंप देण वाला है। सोशल मीडिया ते वायरल हो रहे इस वीडियो विच बिजली दीयां वड्डियां लाइटां दिखाई दे रहीआं ने जिन्हां चों एक दरख्त नाल टकराउंदी है ते उसनूं साड़ दिंदी है। घटना नूं देख के लोग हैरान होकर रौला पाउंदे जां सुणे जा सकते ने। स्काई लाइटिंग की वीडियो वायरल हॉग ने ट्विटर पर शेयर की है जिस विच दस्सिया गया कि यह घटना 29 जून नूं अमेरिका के डेनवर मैसाचुसेट्स विच
ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਵੀਡੀਓ ਸ਼ੂਟ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ 29 ਜੂਨ ਦੀ ਦੇਰ ਸ਼ਾਮ ਨੂੰ ਆਉਣ ਵਾਲੇ ਤੂਫਾਨ ਨੂੰ ਦੇਖ ਰਿਹਾ ਸੀ। ਉਹ ਆਦਮੀ ਤੂਫਾਨ ਨੂੰ ਰਿਕਾਰਡ ਕਰ ਰਿਹਾ ਸੀ ਅਤੇ ਕਦੇ ਵੀ ਨਾਟਕੀ ਰਿਕਾਰਡ ਕਰਨ ਦੀ ਉਮੀਦ ਨਹੀਂ ਕੀਤੀ ਸੀ। ਉਹਨਾਂ ਨੇ ਅੱਗੇ ਕਿਹਾ ਕਿ ਬਿਜਲੀ ਦੀ ਚਮਕ 500 ਫੁੱਟ ਦੂਰ ਇੱਕ ਦਰਖਤ ਤੋਂ ਲੰਘਦੇ ਸਮੇਂ ਟਕਰਾ ਗਈ ਅਤੇ ਅੱਗ ਲੱਗ ਗਈ। ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਵੀਡੀਓ ਨੂੰ ਹੁਣ ਤੱਕ 20,000 ਤੋਂ ਵੱਧ ਲਾਈਕਸ ਮਿਲ ਚੁੱਕੇ ਨੇ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਅਮਰੀਕੀ ਸੰਸਦ ਵਿੱਚ ਭਾਰਤ ਦੇ ਮਨੁੱਖੀ ਅਧਿਕਾਰ ਕਾਰਕੁਨ ਫਾਦਰ ਸਟੈਨ ਸਵਾਮੀ ਨੂੰ ਯਾਦ ਕਰਦਿਆਂ ਉਹਨਾਂ ਦੀ ਮੌਤ ਦੀ ਆਜ਼ਾਦਾਨਾ ਢੰਗ ਨਾਲ ਜਾਂਚ ਦੀ ਮੰਗ ਬਾਰੇ ਇੱਕ ਮਤਾ ਪੇਸ਼ ਕੀਤਾ ਗਿਆ। ਕਾਂਗਰਸ ਮੈਂਬਰ ਜੋਹਨ ਵੌਗਸ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਪ੍ਰਤੀਨਿਧੀ ਵੌਗਸ ਨੇ ਦੱਸਿਆ ਕਿ ਉਹਨਾਂ ਸਵਾਮੀ ਦੀ ਯਾਦ ਦੇ ਉਹਨਾਂ ਦੀ ਮੌਤ ਦੀ ਆਜ਼ਾਦਾਨਾ ਜਾਂਚ ਦੀ ਮੰਗ ਕਰਦਿਆਂ ਕਾਂਗਰਸ ਵਿੱਚ ਇੱਕ ਮਤਾ ਪੇਸ਼ ਕੀਤਾ ਹੈ। ਇਸ ਮਤੇ ਨੂੰ ਕਾਂਗਰਸ ਦੇ ਪ੍ਰਤੀਨਿਧੀਆਂ ਆਂਦਰੇ ਕਾਰਸਨ ਅਤੇ ਜੇਮਸ ਮੈਕਵਰਨ ਨੇ ਸਮਰਥਨ ਦਿੱਤਾ। ਇਸ ਮਤੇ ਨੂੰ ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿੱਚ ਸਵਾਮੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਦੀ ਪਹਿਲੀ ਬਰਸੀ ਮੌਕੇ ਪੇਸ਼ ਕੀਤਾ ਗਿਆ। ਵੌਗਸ ਨੇ ਕਿਹਾ, ਮੈਂ ਹਿਰਾਸਤ ਵਿੱਚ ਫਾਦਰ ਸਟੈਨ ਸਵਾਮੀ ਨਾਲ ਹੋਏ ਮਾੜੇ ਵਿਹਾਰ ਤੋਂ ਦੁਖੀ ਹਾਂ। ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਕਿਸੇ ਵਿਅਕਤੀ ਨੂੰ ਅਜਿਹੀ ਹਿੰਸਾ ਤੇ ਮਾੜੇ ਵਿਹਾਰ ਦਾ ਸਾਹਮਣਾ ਨਾ ਕਰਨਾ ਪਏ। ਦੱਸਣਯੋਗ ਹੈ ਕਿ ਸਵਾਮੀ ਦਾ 5 ਜੁਲਾਈ 2021 ਨੂੰ ਬੰਬਈ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਹਨਾਂ ਨੂੰ ਇੱਕ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ ਤੇ ਵੈਂਟੀਲੇਟਰ ਉੱਤੇ ਰੱਖਿਆ ਗਿਆ ਸੀ। ਸਵਾਮੀ ਨੂੰ ਪਿਛਲੇ ਸਾਲ 29 ਮਈ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਣ ਦੀ ਸੁਰੱਖਿਆ ਲਈ ਵੱਡਾ ਫੈਸਲਾ ਲੈਂਦਿਆਂ ਜੰਗਲ ਬਸਾਉਣ ਦੀ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਨੇ ਫੈਸਲਾ ਮੱਤੇਵਾੜੇ ਦੇ ਜੰਗਲਾਂ ਨੂੰ ਕੱਟ ਕੇ ਉਦਯੋਗ ਸਥਾਪਿਤ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਲਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਜੰਗਲ ਦੀ ਇੱਕ ਇਤਿਹਾਸਕ ਮਾਨਤਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਵਾਤਾਵਰਣ ਨੂੰ ਦਰਕਿਨਾਰ ਕਰਦਿਆਂ ਦਰਖਤਾਂ ਦੀ ਕਟਾਈ ਕਰਕੇ ਉਦਯੋਗ ਲਗਾਉਣ ਦੀ ਗੱਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੱਤੇਵਾੜਾ ਦੇ ਜੰਗਲਾਂ ਦੀ ਕਟਾਈ ਦੀ ਨਿਖੇਧੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰਾਂ ਵਾਤਾਵਰਣ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੀਆਂ ਨੇ, ਦੂਜੇ ਪਾਸੇ ਜੰਗਲ ਕੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜੇਕਰ ਜੰਗਲਾਂ ਨੂੰ ਕੱਟ ਦਿੱਤਾ ਗਿਆ ਤਾਂ ਇਹ ਮਨੁੱਖਤਾ ਦਾ ਕਤਲ ਹੋਏਗਾ। ਇਸ ਲਈ ਵਾਤਾਵਰਣ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਸ਼੍ਰੋਮਣੀ ਕਮੇਟੀ ਆਪਣੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ 1-1 ਏਕੜ ਜ਼ਮੀਨ ਤੇ ਜੰਗਲ ਵਸਾਏਗੀ। ਇਹ ਵਾਤਾਵਰਣ ਨੂੰ ਬਚਾਉਣ ਦਾ ਇੱਕ ਉਪਰਾਲਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਬੁੱਧਵਾਰ ਨੂੰ ਮੌਸਮੀ ਮੌਨਸੂਨ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਇੱਕ ਹੀ ਪਰਿਵਾਰ ਦੀਆਂ 6 ਔਰਤਾਂ ਸਮੇਤ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਅਧਿਕਾਰੀਆਂ ਨੇ ਕੁਵੈਟਾ ਜ਼ਿਲ੍ਹੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਸੂਬਾਈ ਆਫਤ ਪ੍ਰਬੰਧਨ ਅਥਾਰਟੀ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਏਜੰਸੀ ਸ਼ਿਨਵਾ ਨੇ ਦੱਸਿਆ ਕਿ ਬਲੋਚਿਸਤਾਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਹੋਇਆ, ਜਿਸ ਕਾਰਨ ਕਈ ਹਾਦਸੇ ਹੋਏ। ਸੂਬਾਈ ਆਫਤ ਪ੍ਰਬੰਧਨ ਅਥਾਰਟੀ ਦੇ ਡਾਇਰੈਕਟਰ ਜਨਰਲ ਨਸੀਰ ਅਹਿਮਦ ਨਾਸਰ ਨੇ ਕਿਹਾ ਕਿ ਸਾਰੀਆਂ ਮੌਤਾਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਨਾਲ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਭਾਰੀ ਮੀਂਹ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀਆਂ ਕਈ ਘਟਨਾਵਾਂ ਦਰਜ ਹੋਈਆਂ। PDAMA ਦੇ ਅਨੁਸਾਰ ਬਲੋਚਿਸਤਾਨ ਸੂਬੇ ਦੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਅਚਾਨਕ ਹੜ੍ਹਾਂ ਕਾਰਨ ਕਈ ਲੋਕ ਅਜੇ ਵੀ ਲਾਪਤਾ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਨਾਸਰ ਨੇ ਕਿਹਾ ਕਿ ਕੁਵੇਟਾ ਜ਼ਿਲ੍ਹੇ ਵਿੱਚ 300 ਜ਼ਿਆਦਾ ਕੱਚੀਆਂ ਕੰਧਾਂ ਨਾਲ ਬਣੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਤੇ ਲਗਭਗ 2000 ਜਾਨਵਰ ਮਾਰੇ ਗਏ। ਮਰਨ ਵਾਲਿਆਂ ਵਿੱਚ ਕੁਵੇਟਾ ਵਿੱਚੋਂ ਇੱਕੋ ਪਰਿਵਾਰ ਦੀਆਂ 6 ਔਰਤਾਂ ਵੀ ਸ਼ਾਮਲ ਨੇ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਹਨਾਂ ਦੇ ਅਸਥਾਈ ਘਰ ਦੀ ਕੰਧ ਡਿੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ। ਡੌਨ ਅਖਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ 2 ਔਰਤਾਂ ਨੇ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਦਮ ਤੋੜ ਦਿੱਤਾ ਕਿਉਂਕਿ ਉਹਨਾਂ ਨੂੰ ਹਸਪਤਾਲ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਸੀ। ਕੁਵੇਟਾ ਦੇ ਬਾਹਰਵਾਰ ਮਕਾਨਾਂ ਦੇ ਢਹਿ ਜਾਣ ਕਾਰਨ 3 ਔਰਤਾਂ ਤੇ 4 ਬੱਚਿਆਂ ਦੀ ਮੌਤ ਹੋਈ ਹੈ। ਬਲੋਚਿਸਤਾਨ ਸਰਕਾਰ ਨੇ ਕੁਵੇਟਾ ਜ਼ਿਲ੍ਹੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਬਲੋਚਿਸਤਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਉਹਨਾਂ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਵੱਡੇ ਨਾਲਿਆਂ ਵਿੱਚ ਅਚਾਨਕ ਹੜ੍ਹ ਆ ਗਏ ਨੇ ਅਤੇ ਕਈ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਭੌਜਾ ਮੰਡੀ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਡੂੰਘੇ ਤਲਾਬ ਵਿੱਚ ਡੁੱਬਣ ਕਾਰਨ ਕੁਵੇਟਾ ਵਿੱਚ 2 ਕੁੜੀਆਂ ਦੀਆਂ ਵੀ ਲਾਸ਼ਾਂ ਮਿਲੀਆਂ ਨੇ। ਸਿੱਖ ਸਿਕਿਉਰਿਟੀ ਗਾਰਡਸ ਨੂੰ ਦਾੜੀ ਸ਼ੇਵ ਕਰਨ ਜਾਂ ਨੌਕਰੀ ਛੱਡਣ ਲਈ ਮਜਬੂਰ ਕਰਨ ਦੀ ਨੀਤੀ ਖਤਮ ਕਰਨ ਦਾ ਐਲਾਨ ਕਰਦਿਆਂ ਟੋਰਾਂਟੋ ਸਿਟੀ ਕੌਂਸਲ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਤੋਂ ਮਾਫੀ ਮੰਗੀ ਹੈ। ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਸਿੱਖਾਂ ਤੋਂ ਮਾਫੀ ਮੰਗਦਿਆਂ ਕਿਹਾ ਕਿ ਸਿਟੀ ਕੌਂਸਲ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰ ਕਾਨੂੰਨ ਦੀ ਪਾਲਣਾ ਕਰਨ ਲਈ ਵਚਨਬੱਧ ਹੈ। ਦਾੜੀ ਸ਼ੇਵ ਕਰਨ ਦੀ ਨੀਤੀ ਕਾਰਨ 100 ਤੋਂ ਵੱਧ ਸਿੱਖਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਸੀ ਅਤੇ ਇਸ ਬਾਰੇ ਕਿਸੇ ਨੂੰ ਕੰਨੋ-ਕੰਨ ਖਬਰ ਵੀ ਨਹੀਂ ਹੋਈ ਸੀ। ਪਰ ਵੀਰ ਕਮਲ ਸਿੰਘ ਆਨੰਦ ਦਾ ਮਾਮਲਾ ਸਾਹਮਣੇ ਆਇਆ ਤਾਂ ਕੈਨੇਡਾ ਵਿੱਚ ਸਿੱਖਾਂ ਦਾ ਧਾਰਮਿਕ ਆਜ਼ਾਦੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਸੀ।
ਇੱਕ ਹੈਰਾਨਕੁਨ ਘਟਨਾਕ੍ਰਮ ਤਹਿਤ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚੋਂ ਬਾਹਰ ਕਰ ਦਿੱਤੇ ਗਏ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਲਈ ਨਵੇਂ ਆਗੂ ਦੀ ਚੋਣ ਕਰਵਾ ਰਹੀ ਹੈ ਅਤੇ ਆਰਗੇਨਾਈਜੇਸ਼ਨ ਕਮੇਟੀ ਨੇ ਮੰਗਲਵਾਰ ਦੇਰ ਸ਼ਾਮ ਪੈਟਰਿਕ ਬਰਾਊਨ ਵਿਰੁੱਧ ਗੰਭੀਰ ਦੋਸ਼ ਲਗਾਉਂਦਿਆਂ ਉਹਨਾਂ ਨੂੰ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ। ਕਮੇਟੀ ਦੇ ਮੁਖੀ ਇਆਨ ਬ੍ਰੌਡੀ ਨੇ ਦੱਸਿਆ ਕਿ ਪੈਟਰਿਕ ਬਰਾਊਨ ਦੀ ਪ੍ਰਚਾਰ ਟੀਮ ਨੇ ਚੰਦਾ ਇਕੱਠਾ ਕਰਨ ਦੇ ਨਿਯਮ ਛਿੱਕੇ ਟੰਗ ਦਿੱਤੇ। ਰੂਸ ਵੱਲੋਂ 24 ਫਰਵਰੀ ਨੂੰ ਕੀਵ ਤੇ ਆਪਣਾ ਲਗਾਤਾਰ ਹਮਲਾ ਸ਼ੁਰੂ ਕਰਨ ਤੋਂ ਬਾਅਦ ਯੂਕਰੇਨ ਵਿੱਚ ਘੱਟ ਤੋਂ ਘੱਟ 346 ਬੱਚੇ ਮਾਰੇ ਗਏ ਨੇ। ਯੂਕਰੇਨ ਸਕਾਪਰਵਾਦ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਆਪਣੇ ਤਾਜ਼ਾ ਅਪਡੇਟ ਵਿੱਚ ਪ੍ਰੋਸੀਕਿਊਟਰ ਜਨਰਲ ਦੇ ਦਫ਼ਤਰ ਨੇ ਕਿਹਾ ਕਿ 645 ਬੱਚੇ ਜ਼ਖਮੀ ਵੀ ਹੋਏ ਨੇ। ਦਫ਼ਤਰ ਨੇ ਹਾਲਾਂਕਿ ਕਿਹਾ ਕਿ ਅੰਕੜੇ ਅੰਤਿਮ ਨਹੀਂ ਸਨ ਕਿਉਂਕਿ ਸਰਗਰਮ ਦੁਸ਼ਮਣੀ ਵਾਲੀਆਂ ਥਾਵਾਂ ਅਤੇ ਅਸਥਾਈ ਤੌਰ ਤੇ ਕਬਜ਼ੇ ਵਾਲੇ ਅਤੇ ਆਜ਼ਾਦ ਕੀਤੇ ਖੇਤਰਾਂ ਵਿੱਚ ਡੇਟਾ ਸਥਾਪਿਤ ਕਰਨ ਲਈ ਕੰਮ ਜਾਰੀ ਹੈ। ਰੂਸੀ ਫੌਜਾਂ ਦੁਆਰਾ ਲਗਾਤਾਰ ਬੰਬਬਾਰੀ ਅਤੇ ਗੋਲੀਬਾਰੀ ਕਾਰਨ ਯੂਕਰੇਨ ਵਿੱਚ 2108 ਵਿਦਿਅਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਿਆ, ਜਿਨ੍ਹਾਂ ਵਿੱਚੋਂ 215 ਪੂਰੀ ਤਰ੍ਹਾਂ ਤਬਾਹ ਹੋ ਗਏ। ਪਿਛਲੇ ਮਹੀਨੇ ਇੱਕ ਰਿਪੋਰਟ ਵਿੱਚ ਯੂਨੀਸੈਫ ਨੇ ਕਿਹਾ ਸੀ ਕਿ ਯੂਕਰੇਨ ਦੇ ਅੰਦਰ 30 ਲੱਖ ਬੱਚੇ ਅਤੇ ਸ਼ਰਨਾਰਥੀ ਮੇਜ਼ਬਾਨੀ ਵਾਲੇ ਦੇਸ਼ਾਂ ਵਿੱਚ 2.2 ਮਿਲੀਅਨ ਤੋਂ ਵੱਧ ਬੱਚਿਆਂ ਨੂੰ ਹੁਣ ਮਨੁੱਖੀ ਸਹਾਇਤਾ ਦੀ ਲੋੜ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਦੇ ਅਨੁਸਾਰ ਹਰ 3 ਵਿੱਚੋਂ 2 ਬੱਚੇ ਲੜਾਈ ਕਾਰਨ ਬੇਘਰ ਹੋਏ ਨੇ। ਯੂਨੀਸੈਫ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਯੁੱਧ ਨੇ ਇੱਕ ਗੰਭੀਰ ਬਾਲ ਸੁਰੱਖਿਆ ਸੰਕਟ ਪੈਦਾ ਕਰ ਦਿੱਤਾ। ਹਿੰਸਾ ਤੋਂ ਭੱਜਣ ਵਾਲੇ ਬੱਚੇ, ਪਰਿਵਾਰਕ ਵਿਛੋੜੇ, ਹਿੰਸਾ, ਦੁਰਵਿਵਹਾਰ, ਜਿਨਸੀ ਸ਼ੋਸ਼ਣ ਅਤੇ ਤਸਕਰੀ ਦੇ ਮਹੱਤਵਪੂਰਨ ਜ਼ੋਖਮ ਵਿੱਚ ਨੇ। ਰੂਸ ਤੇ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੌਨ ਡੇਰ ਲਿਆਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀ ਸੰਘ ਨੂੰ ਰੂਸ ਤੋਂ ਮਿਲਣ ਵਾਲੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ। ਯੂਥ ਨੇ ਪਹਿਲਾਂ ਤੋਂ ਰੂਸ ਤੇ ਊਰਜਾ ਸਪਲਾਈ ਸਮੇਤ ਕਈ ਪਾਬੰਦੀਆਂ ਲਗਾਈਆਂ ਨੇ। ਨਾਲ ਹੀ ਉਹ ਕ੍ਰੈਮਲਿਨ ਤੇ ਕੰਟਰੋਲ ਵਾਲੀਆਂ ਵਸਤੂਆਂ ਦੀ ਸਪਲਾਈ ਤੋਂ ਖੁਦ ਨੂੰ ਦੂਰ ਕਰ ਰਿਹਾ ਹੈ। ਵੈਂਡੋਰ ਨੇ ਕਿਹਾ ਕਿ ਸੰਗਠਨ ਦੇ ਸਾਰੇ ਸਥਾਈ ਮੈਂਬਰ ਦੇਸ਼ਾਂ ਨੂੰ ਰੂਸ ਤੋਂ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਫਰਾਂਸ ਦੇ ਸਟ੍ਰਾਸਬਰਗ 'ਚ EU ਵਿਧਾਨ ਪਾਲਿਕਾ ਵਿੱਚ ਕਿਹਾ, ਸਾਨੂੰ ਗੈਸ ਦੀ ਸਪਲਾਈ ਕਰਨ ਦੀ ਤਿਆਰੀ ਹਾਲੇ ਤੋਂ ਕਰਨੀ ਚਾਹੀਦੀ ਹੈ। ਰੂਸ ਤੋਂ ਮਿਲਣ ਵਾਲੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਜੰਗ ਨੂੰ ਲੈ ਕੇ ਰੂਸ ਨਾਲ ਸਿਆਸੀ ਰੰਜਿਸ਼ ਕਾਰਨ ਦਰਜਨ ਭਰ ਮੈਂਬਰ ਦੇਸ਼ਾਂ ਵਿੱਚ ਰੂਸੀ ਤੇਲ ਜਾਂ ਗੈਸ ਦੀ ਸਪਲਾਈ ਵਿੱਚ ਪਹਿਲਾਂ ਤੋਂ ਰੁਕਾਵਟ ਪਈ ਹੋਈ ਹੈ। ਰਾਇਟਰ ਮੁਤਾਬਕ ਰੂਸ ਨੇ ਜਾਪਾਨ ਤੇ ਮਾੜਾ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਝਾੜ ਪਾਈ ਅਤੇ ਕਿਹਾ ਕਿ ਇਸ ਨੇ ਆਰਥਿਕ ਤੇ ਊਰਜਾ ਸੰਬੰਧਾਂ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਕੀਤੀ ਹੈ। ਯੂਕਰੇਨ ਤੇ ਰੂਸੀ ਹਮਲੇ ਖਿਲਾਫ ਜਾਪਾਨ ਪੱਛਮੀ ਦੇਸ਼ਾਂ ਨਾਲ ਹੋ ਚੁੱਕਾ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਸੀ ਜਾਪਾਨੀ ਪ੍ਰਧਾਨ ਮੰਤਰੀ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਇਸ ਸਥਿਤੀ ਵਿੱਚ ਆਰਥਿਕ ਤੇ ਊਰਜਾ ਸੰਬੰਧ ਅੱਗੇ ਨਹੀਂ ਵਧ ਸਕਣਗੇ। ਫਰਵਰੀ ਵਿੱਚ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਦੁਨੀਆ ਭਰ ਦੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕਈ ਵਾਲੰਟੀਅਰਸ ਰੂਸੀ ਫੌਜ ਦਾ ਮੁਕਾਬਲਾ ਕਰਨ ਯੂਕਰੇਨ ਪਹੁੰਚੇ। ਇਹਨਾਂ ਵਿੱਚ ਬ੍ਰਾਜ਼ੀਲ ਦੀ ਮਾਡਲ ਅਤੇ ਸਨਾਈਪਰ ਥਾਲੀਟੋ ਡੋ ਵੈਲੇ ਵੀ ਯੂਕਰੇਨ ਪਹੁੰਚੀ ਸੀ। ਹਾਲ ਹੀ ਵਿੱਚ ਥਾਲੀਟੋ ਦੀ ਰੂਸੀ ਹਮਲੇ ਵਿੱਚ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ 39 ਸਾਲਾ ਬ੍ਰਾਜ਼ੀਲੀਅਨ ਮਾਡਲ ਖਾਰਕਿਵ ਵਿੱਚ ਤਾਇਨਾਤ ਸੀ। ਇਸ ਦੌਰਾਨ ਰੂਸੀ ਫੌਜ ਦੇ ਮਿਜ਼ਾਈਲ ਅਟੈਕ ਵਿੱਚ ਉਸ ਦੀ ਮੌਤ ਹੋ ਗਈ। ਉਹਨਾਂ ਨੇ ਇਸ ਤੋਂ ਪਹਿਲਾਂ ਇਰਾਕ ਵਿੱਚ ਇਸਲਾਮਿਕ ਸਟੇਟ ਦੇ ਖਿਲਾਫ ਲੜਾਈ ਲੜੀ ਸੀ। ਰੂਸੀ ਹਮਲੇ ਵਿੱਚ ਇੱਕ ਹੋਰ ਬ੍ਰਾਜ਼ੀਲ ਫਾਈਟਰ ਡਗਲਸ ਬੁਰੀਗੋ ਦੀ ਵੀ ਮੌਤ ਹੋ ਗਈ। ਥਾਲੀਟੋ ਜੰਗ ਦੇ ਮੋਰਚੇ ਤੋਂ ਲਗਾਤਾਰ ਆਪਣੀ ਟ੍ਰੇਨਿੰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੀ ਸੀ। ਉਸਨੇ ਇਰਾਕ ਦੇ ਕੁਰਦਿਸਤਾਨ ਇਲਾਕੇ ਵਿੱਚ ISIS ਦੇ ਖਿਲਾਫ ਲੜਾਈ ਦੌਰਾਨ ਸਨਾਈਪਰ ਦੀ ਟ੍ਰੇਨਿੰਗ ਲਈ ਸੀ। ਇਸ ਤੋਂ ਇਲਾਵਾ ਕਈ NGOs ਦੇ ਨਾਲ ਮਿਲ ਕੇ ਐਨੀਮਲ ਰੈਸਕਿਊ ਮਿਸ਼ਨ ਵਿੱਚ ਵੀ ਸ਼ਾਮਲ ਹੋਈ ਸੀ। ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਬਹੁਤ ਰੂੜੀਵਾਦੀ ਨਜ਼ਰੀਆ ਰੱਖਣ ਵਾਲੇ ਸਾਊਦੀ ਅਰਬ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ 2 ਔਰਤਾਂ ਨੂੰ ਸਰਕਾਰ ਵਿੱਚ ਨਿਯੁਕਤ ਕੀਤਾ ਹੈ। ਕਿੰਗ ਸਲਮਾਨ ਨੇ ਐਤਵਾਰ ਨੂੰ ਕਈ ਸ਼ਾਹੀ ਫਰਮਾਨ ਜਾਰੀ ਕੀਤੇ, ਜਿਨ੍ਹਾਂ ਦੇ ਮੁਤਾਬਕ ਔਰਤਾਂ ਨੂੰ ਮੰਤਰਾਲਿਆਂ ਵਿੱਚ ਜਗ੍ਹਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਊਦੀ ਸੈਂਟਰਲ ਬੈਂਕ ਵਿੱਚ ਅਹਿਮ ਅਹੁਦਿਆਂ ਤੇ ਨਵੀਆਂ ਮਹਿਲਾ ਅਫਸਰਾਂ ਦੀ ਨਿਯੁਕਤੀ ਕੀਤੀ ਗਈ। ਸਾਊਦੀ ਬਾਦਸ਼ਾਹ ਨੇ ਰਾਜਕੁਮਾਰੀ ਹੈਫਾ ਬਿੰਤ ਮੁਹੰਮਦ ਨੂੰ ਸਾਊਦੀ ਅਰਬ ਦੀ ਉਪ ਸੈਰ ਸਪਾਟਾ ਮੰਤਰੀ ਅਤੇ ਸ਼ਹਾਨਾ ਅਲਜ਼ਾਜ਼ ਨੂੰ ਮੰਤਰੀ ਮੰਡਲ ਦਾ ਉਪ ਸਕੱਤਰ ਜਨਰਲ ਨਿਯੁਕਤ ਕੀਤਾ। ਸ਼ਹਾਨਾ ਅਲਜ਼ਾਜ਼ ਪਹਿਲਾਂ ਪਬਲਿਕ ਇਨਵੈਸਟਮੈਂਟ ਫੰਡ ਵਿੱਚ ਜਨਰਲ ਕਾਉਂਸਲ ਦਾ ਅਹੁਦਾ ਸੰਭਾਲ ਚੁੱਕੀ ਹੈ। ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ ਅਲਜ਼ਾਜ਼ ਸਾਊਦੀ ਅਰਬ ਵਿੱਚ ਕਾਨੂੰਨ ਦਾ ਅਭਿਆਸ ਕਰਨ ਲਈ ਲਾਇਸੈਂਸ ਪ੍ਰਾਪਤ ਕਰਨ ਵਾਲੀਆਂ ਪਹਿਲੀਆਂ ਔਰਤਾਂ ਵਿੱਚੋਂ ਇੱਕ ਸੀ। ਅਲਜ਼ਾਜ਼ ਨੇ 2017 ਵਿੱਚ PIF ਵਿੱਚ ਕਾਨੂੰਨੀ ਡਿਵੀਜ਼ਨ ਵਿੱਚ ਲੈਣ ਦੇਣ ਦੇ ਮੁਖੀ ਵਜੋਂ ਸ਼ਾਮਲ ਹੋਏ। यूके ਦੀ ਸਿਆਸਤ ਵਿੱਚ ਸਭ ਚੰਗਾ ਨਹੀਂ ਚੱਲ ਰਿਹਾ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇੱਕ ਤੋਂ ਬਾਅਦ ਇੱਕ ਵਿਵਾਦ ਵਿੱਚ ਘਿਰਦੇ ਜਾ ਰਹੇ ਨੇ। ਉਹਨਾਂ ਤੇ ਅਸਤੀਫਾ ਦੇ ਕੇ ਲਾਂਭੇ ਹੋਣ ਲਈ ਲਗਾਤਾਰ ਦਬਾਅ ਵੱਧ ਰਿਹਾ, ਪਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅਸਤੀਫਾ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ। ਯੂਕੇ ਦੇ ਕੁਝ ਸੀਨੀਅਰ ਕੈਬਨਿਟ ਮੈਂਬਰਾਂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰੀ ਰਿਹਾਇਸ਼
10 ਡਾਊਨਿੰਗ ਸਟਰੀਟ ਵਿਖੇ ਕਥਿਤ ਤੌਰ ਤੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਸਕੈਂਡਲ ਪ੍ਰਭਾਵਿਤ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਛੱਡਣ ਲਈ ਅਪੀਲ ਕੀਤੀ। ਇਹਨਾਂ ਵਿੱਚ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਸ਼ਾਮਲ ਸੀ। ਕਈ ਰਿਪੋਰਟਾਂ ਦੇ ਅਨੁਸਾਰ ਕੈਬਨਿਟ ਦੇ ਇੱਕ ਵਫਦ ਨੇ ਇੱਕ ਸੰਸਦੀ ਕਮੇਟੀ ਦੁਆਰਾ ਲੰਬੀ ਪੁੱਛਗਿੱਛ ਤੋਂ ਬਾਅਦ ਪ੍ਰਧਾਨ ਮੰਤਰੀ ਜੌਨਸਨ ਦੀ ਵਾਪਸੀ ਦਾ ਇੰਤਜ਼ਾਰ ਕੀਤਾ ਤਾਂ ਜੋ ਉਹਨਾਂ ਨੂੰ ਕਿਹਾ ਜਾ ਸਕੇ ਕਿ ਉਹਨਾਂ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇੱਕ ਨਿਊਜ਼ ਏਜੰਸੀ ਦੀ ਇੱਕ ਖਬਰ ਦੇ ਅਨੁਸਾਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੱਟੜ ਸਮਰਥਕ ਮੰਨੀ ਜਾਣ ਵਾਲੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਨਦੀਮ ਜਾਵੀ ਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਅਸਤੀਫੇ ਦੀ ਮੰਗ ਕਰਨ ਵਾਲੇ ਮੰਤਰੀਆਂ ਵਿੱਚ ਸ਼ਾਮਲ ਸਨ। ਨਦੀਮ ਜਾਵੀ ਨੂੰ ਵਿੱਤ ਮੰਤਰੀ ਬਣੇ ਨੂੰ ਸ਼ਾਇਦ ਹੀ ਕੋਈ ਦਿਨ ਹੋਇਆ ਹੋਵੇ ਜਦੋਂ ਕਿ ਜੌਨਸਨ ਦੇ ਦੋ ਵਫਾਦਾਰ ਨਦੀਮ ਡੋਰਿਸ ਅਤੇ ਜ਼ਾਕਬ ਰੀਸ-ਮੋਗ ਨੇ ਪ੍ਰਧਾਨ ਮੰਤਰੀ ਲਈ ਆਪਣਾ ਸਮਰਥਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਤੋਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸੱਤਾ ਤੇ ਪਕੜ ਢਿੱਲੀ ਹੁੰਦੀ ਜਾ ਰਹੀ ਹੈ ਜਦੋਂ ਰਿਸ਼ੀ ਸੁਨਕ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਤੇ ਸਾਜਿਦ ਜਾਵਿਦ ਨੇ ਸਿਹਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਅਦਾਕਾਰ ਸਲਮਾਨ ਖਾਨ ਦਾ ਕੇਸ ਲੜ ਰਹੇ ਇੱਕ ਵਕੀਲ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੁਲਿਸ ਨੇ ਹਸਤੀਮਲ ਸਰਵਸਤ ਨੂੰ ਮਿਲੇ ਧਮਕੀ ਭਰੇ ਪੱਤਰ ਦੀ ਪ੍ਰਮਾਣਿਕਤਾ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਸ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕਰ ਦਿੱਤੀ ਹੈ। ਸਰਵਸਤ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੈਨੂੰ 3 ਜੁਲਾਈ ਨੂੰ ਇਹ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ਵਿੱਚ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਹਿਯੋਗੀ ਗੋਲਡੀ ਬਰਾੜ ਦੇ ਨਾਮ ਲਿਖੇ ਹੋਏ ਸਨ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਉਸ ਦਾ ਵੀ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਾਂਗੇ। ਦੁਸ਼ਮਣ ਦਾ ਦੋਸਤ ਉਹਨਾਂ ਦਾ ਪਹਿਲਾ ਦੁਸ਼ਮਣ ਹੁੰਦਾ ਹੈ। ਇਸ ਸੰਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਭਾਰਤੀ ਤੱਟ ਰੱਖਿਅਕ ਨੇ ਬੁੱਧਵਾਰ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਤੋਂ 185 ਕਿਲੋਮੀਟਰ ਦੂਰ ਅਰਬ ਸਾਗਰ ਵਿੱਚ ਇੱਕ ਸੰਕਟਗ੍ਰਸਤ ਜਹਾਜ਼ ਵਿੱਚ ਚਾਲਕ ਦਲ ਦੇ 22 ਜਣਿਆਂ ਨੂੰ ਬਚਾਇਆ। ICG ਅਧਿਕਾਰੀਆਂ ਮੁਤਾਬਕ 6 ਜੁਲਾਈ ਨੂੰ ਸਵੇਰੇ 8 ਵਜੇ ਸੰਕਟ ਦੀ ਚੇਤਾਵਨੀ ਮਿਲਣ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। 20 ਭਾਰਤੀ, ਇੱਕ ਪਾਕਿਸਤਾਨੀ ਤੇ ਇੱਕ ਸ਼੍ਰੀਲੰਕਾਈ ਨਾਗਰਿਕ ਸਮੇਤ ਚਾਲਕ ਦਲ ਦੇ ਸਾਰੇ 22 ਮੈਂਬਰ ਸੁਰੱਖਿਅਤ ਨੇ ਅਤੇ ਉਹਨਾਂ ਨੂੰ ਪੋਰਬੰਦਰ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ICG ਨੂੰ ਸਵੇਰੇ 8:20 ਦੇ ਕਰੀਬ ਮਰਚੈਂਟ ਵੈਸਲ ਗਲੋਬਲ ਕਿੰਗ 1 ਤੇ ਬੇਕਾਬੂ ਹੜ੍ਹ ਆਉਣ ਦੀ ਚੇਤਾਵਨੀ ਮਿਲੀ। ਇਹ ਜਹਾਜ਼ ਕਥਿਤ ਤੌਰ ਤੇ ਪੋਰਬੰਦਰ ਤੱਟ ਤੋਂ 185 ਕਿਲੋਮੀਟਰ ਦੂਰ ਸੀ। ICG ਨੇ ਤੁਰੰਤ ਜਵਾਬ ਦਿੱਤਾ ਤੇ ਸਾਰੇ ਹਿੱਸੇਦਾਰਾਂ ਨੂੰ ਸੁਚੇਤ ਕੀਤਾ। ਪ੍ਰਤੀਕੂਲ ਮੌਸਮ ਦੇ ਬਾਵਜੂਦ ਸਥਿਤੀ ਦਾ ਜਾਇਜ਼ਾ ਲੈਣ ਅਤੇ ਨੇੜਲੇ ਜਹਾਜ਼ਾਂ ਨੂੰ ਸੂਚਿਤ ਕਰਨ ਲਈ ਭਾਰਤੀ ਤੱਟ ਰੱਖਿਅਕ ਏਅਰ ਸਟੇਸ਼ਨ ਪੋਰਬੰਦਰ ਤੋਂ ਸਵੇਰੇ 9 ਵਜੇ ਇੱਕ ਡੋਰਨੀਅਰ ਜਹਾਜ਼ ਲਾਂਚ ਕੀਤਾ ਗਿਆ। ਡੋਰਨੀਅਰ ਦੇ ਉਸ ਖੇਤਰ ਤੇ ਪਹੁੰਚਣ ਤੇ ਚਾਲਕ ਦਲ ਲਈ ਇੱਕ ਲਾਈਫ ਬੇੜਾ ਸੁੱਟਿਆ ਗਿਆ ਸੀ। ਸਮੁੰਦਰ ਵਿੱਚ ਪਹਿਲਾਂ ਹੀ ICGS ਸ਼ੁਰੂ CG UPB ਨੂੰ ਤੁਰੰਤ ਖੇਤਰ ਵਿੱਚ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਸਨ। ਇੰਡੀਗੋ ਦੀ ਰਾਏਪੁਰ ਇੰਦੌਰ ਉਡਾਣ ਦੇ ਚਾਲਕ ਦਲ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਜਹਾਜ਼ ਦੇ ਮੰਜ਼ਿਲ ਤੇ ਉਤਰਨ ਤੋਂ ਬਾਅਦ ਕੈਬਿਨ ਵਿੱਚ ਧੂਆਂ ਦੇਖਿਆ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਜਹਾਜ਼ ਤੋਂ ਸੁਰੱਖਿਅਤ ਉਤਾਰ ਲਏ ਗਏ। ਅਧਿਕਾਰੀਆਂ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਘਟਨਾ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ A320 ਜਹਾਜ਼ ਦੇ ਉਤਰਨ ਤੋਂ ਬਾਅਦ ਜਹਾਜ਼ ਦੇ ਚਾਲਕ ਦੇ ਮੈਂਬਰਾਂ ਨੇ ਕੈਬਨ ਵਿੱਚ ਧੂਆਂ ਦੇਖਿਆ। ਪਿਛਲੇ 18 ਦਿਨਾਂ 'ਚ ਸਪਾਈਸ ਜੈਟ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਦੀਆਂ 8 ਘਟਨਾਵਾਂ ਤੋਂ ਬਾਅਦ ਜਹਾਜ਼ ਰੈਗੂਲੇਟਰੀ DGCA ਨੂੰ ਬੁੱਧਵਾਰ ਸਪਾਈਸ ਜੈਟ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ। ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਤੇ ਸਾਵਧਾਨੀ ਡੋਜ਼ ਵਿੱਚ ਵਕਫੇ ਨੂੰ 9 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ। ਨਵੀਂ ਵਿਵਸਥਾ ਨੂੰ ਲਾਗੂ ਕਰਨ ਲਈ ਕੋਵਿਡ ਪ੍ਰਣਾਲੀ ਵਿੱਚ ਕੁਝ ਬਦਲਾਅ ਕੀਤੇ ਗਏ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਸੋਧ ਟੀਕਾਕਰਨ ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਸਥਾਈ ਤਕਨੀਕੀ ਉਪਸੰਪਤੀ ਦੀ ਸਿਫਾਰਿਸ਼ ਦੇ ਬਾਅਦ ਕੀਤਾ ਗਿਆ। ਟੀਕਾਕਰਨ ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਨੇ ਵੀ ਇਸ ਸਿਫਾਰਿਸ਼ ਤੇ ਮੋਹਰ ਲਗਾਈ ਜਿਸ ਦੇ ਬਾਅਦ ਕੇਂਦਰੀ ਸਿਹਤ ਮੰਤਰਾਲਾ ਨੇ ਫੈਸਲਾ ਲਿਆ। ਹੁਣ ਨਵੇਂ ਹੁਕਮ ਤਹਿਤ ਕੋਵਿਡ ਰੋਕੂ ਵੈਕਸੀਨ ਦੀ ਦੂਜੀ ਤੇ ਇਹਤਿਆਤੀ ਖੁਰਾਕ ਵਿੱਚ ਅੰਤਰ ਨੂੰ ਮੌਜੂਦਾ 9 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ। ਹੁਣ ਫੈਸਲਾ ਲਿਆ ਗਿਆ ਹੈ ਕਿ ਨਿੱਜੀ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਦੂਜੀ ਖੁਰਾਕ ਦੀ ਤਾਰੀਖ ਤੋਂ 6 ਮਹੀਨੇ ਜਾਂ 26 ਹਫ਼ਤੇ ਪੂਰੇ ਹੋਣ ਦੇ ਬਾਅਦ 18 ਤੋਂ 59 ਸਾਲ ਦੇ ਸਾਰੇ ਲਾਭਪਾਤਰੀਆਂ ਨੂੰ ਇਹਤਿਆਤੀ ਖੁਰਾਕ ਦਿੱਤੀ ਜਾਏਗੀ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 60 ਸਾਲ ਅਤੇ ਉਸ ਤੋਂ ਬਾਅਦ ਉਮਰ ਦੇ ਲਾਭਪਾਤਰੀਆਂ ਨਾਲ ਸਿਹਤ ਦੇਖਭਾਲ ਮੁਲਾਜ਼ਮ ਤੇ ਫਰੰਟ ਲਾਈਨ ਵਰਕਰਾਂ ਲਈ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਦੂਜੀ ਖੁਰਾਕ ਦੀ ਤਾਰੀਖ ਤੋਂ 6 ਮਹੀਨੇ ਬਾਅਦ ਇਹਤਿਆਤੀ ਖੁਰਾਕ ਫ੍ਰੀ ਦਿੱਤੀ ਜਾਏਗੀ। ਨਵੀਂ ਵਿਵਸਥਾ ਨੂੰ ਸੁਵਿਧਾਜਨਕ ਬਣਾਉਣ ਲਈ ਟੀਕਾਕਰਨ ਕੋਵਿਨ ਪ੍ਰਣਾਲੀ ਵਿੱਚ ਬਦਲਾਅ ਕੀਤੇ ਗਏ ਨੇ। ਮੰਤਰਾਲਾ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ ਨੂੰ ਕਹਿ ਦਿੱਤਾ ਹੈ। ਪੰਜਾਬ ਦੇ ਜਲੰਧਰ ਵਿੱਚ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਕਰਨ ਵਾਲੇ ਏਜੰਟਾਂ ਤੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਛਾਪੇਮਾਰੀ ਕਰਕੇ
4 ट्रैवल एजेंटां ਨੂੰ ਕਾਬੂ ਕੀਤਾ। ਇਹਨਾਂ ਚਾਰਾਂ ਤੇ ਠੱਗੀ ਦੇ ਕਈ ਮਾਮਲੇ ਦਰਜ ਨੇ। ਸਾਰੇ ट्रैवल एजेंट ਲੁਧਿਆਣਾ ਦੇ ਰਹਿਣ ਵਾਲੇ ਨੇ। ਇਹ ਸਾਰੇ ਜਲੰਧਰ ਵਿੱਚ ਠੱਗੀ ਦੀਆਂ ਦੁਕਾਨਾਂ ਖੋਲ ਕੇ ਲੋਕਾਂ ਨਾਲ ਧੋਖਾ ਕਰਕੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਹੜਪ ਰਹੇ ਨੇ। ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਫੜੇ ਗਏ ट्रैवल ਏਜੰਟਾਂ ਤੋਂ 536 ਪਾਸਪੋਰਟ ਬਰਾਮਦ ਕੀਤੇ ਗਏ। ਇਹ ਲੋਕਾਂ ਨੂੰ ਵਿਦੇਸ਼ ਭੇਜਣ, ਉੱਥੇ ਕੰਮ ਦਿਵਾਉਣ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਸੀ ਦਿਵਾਉਣ ਦੇ ਨਾਂ ਤੇ ਠੱਗੀ ਕਰਦੇ ਸਨ। ਲੁਧਿਆਣਾ ਦੇ ਇਹਨਾਂ 4 ਠੱਗਾਂ ਨੇ ਜਲੰਧਰ ਦੇ ਸ਼ਹਿਰ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਆਫਿਸ ਖੋਲ ਰੱਖੇ ਸਨ। ਫੜੇ ਗਏ ਫਰਜ਼ੀ ट्रैवल ਏਜੰਟਾਂ ਦੇ ਦਫ਼ਤਰਾਂ ਤੋਂ ਪੁਲਿਸ ਨੇ 49,000 ਰੁਪਏ ਨਗਦ, ਲੈਪਟਾਪ ਤੇ ਕੰਪਿਊਟਰ ਵੀ ਬਰਾਮਦ ਕੀਤੇ। ਫੜੇ ਗਏ ਫਰਜ਼ੀ ਏਜੰਟਾਂ ਦੀ ਪਛਾਣ ਨਿਤਿਨ ਉਰਫ ਨਿਤਿਸ਼ ਵਾਸੀ ਮਹਾਵੀਰ ਜੈਨ ਕਲੋਨੀ ਲੁਧਿਆਣਾ, ਅਮਿਤ ਵਾਸੀ ਜੱਦੋਵਾਲ ਲੁਧਿਆਣਾ, ਸਾਹਿਲ ਵਾਸੀ ਹੈਬੋਵਾਲ ਲੁਧਿਆਣਾ ਤੇ ਤੇਜਿੰਦਰ ਸਿੰਘ ਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ। ਇਹ ਠੱਗ ਜਲੰਧਰ ਸ਼ਹਿਰ ਵਿੱਚ ਬਿਨਾਂ ਕਿਸੇ ਕੰਸਲਟੈਂਸੀ ਲਾਇਸੈਂਸ ਦੇ ਗਲਤ ਤਰੀਕੇ ਨਾਲ ਧੰਦਾ ਚਲਾ ਰਹੇ ਸਨ। ਸਾਰੇ ਫੜੇ ਗਏ ਠੱਗ ਜਲੰਧਰ ਵਿੱਚ ਵੱਖ-ਵੱਖ ਥਾਵਾਂ ਅਰੋਗਾ ਪ੍ਰਾਈਮ ਟਾਵਰ ਵਿੱਚ ਟੀਵੀ ਓਵਰਸੀਜ਼ ਵਿਜ਼ਿਟਰ ਟਰੈਵਲ ਵੀਜ਼ਾ ਐਂਡ ਟੂਰ ਪੈਕੇਜ ਗ੍ਰੈਂਡ ਮਾਲ ਵਿੱਚ ਵਰਲਡ ਵਾਈਡ ਓਵਰਸੀਜ਼ VM ਟਾਵਰ ਫੁੱਟਬਾਲ ਚੌਂਕ ਵਿੱਚ ਵੀਜ਼ਾ ਸਿਟੀ ਕੰਸਲਟੈਂਸੀ ਦੇ ਨਾਂ ਤੋਂ ਠੱਗੀ ਕਰਨ ਦੀਆਂ ਦੁਕਾਨਾਂ ਚਲਾ ਰਹੇ ਸਨ। ਫੜੇ ਗਏ ਠੱਗਾਂ ਵਿੱਚੋਂ ਨਿਤਿਸ਼ ਤੇ ਠੱਗੀ ਦੇ 105 ਮੁਕੱਦਮੇ ਦਰਜ ਨੇ। ਇਹ ਠੱਗਾਂ ਦਾ ਮਾਸਟਰਮਾਈਂਡ ਹੈ। ਦੂਜੇ ਠੱਗ ਅਮਿਤ ਸ਼ਰਮਾ ਵਾਸੀ ਦੁੱਧੇਵਾਲ ਤੇ 4 ਹੈਬੋਵਾਲ ਦੇ ਰਹਿਣ ਵਾਲੇ ਸਾਹਿਲ ਤੇ 3 ਲੁਧਿਆਣਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਤੇਜਿੰਦਰ ਸਿੰਘ ਤੇ ਠੱਗੀ ਦੇ 8 ਮਾਮਲੇ ਦਰਜ ਨੇ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।